हाँ जी राजे BSc 2 नॉन मैडिकल ਅਤੇ BA 2 ਮੈਥਮੈਟਿਕਸ ਦੇ ਸਟੂਡੈਂਟਸ ਵੈਲਕਮ ਹੈ ਤੁਹਾਡਾ ਲੀਨੀਅਰ ਪ੍ਰੋਗਰਾਮਿੰਗ ਦੀ ਬੁੱਕ ਦੇ ਕਲਾਸਿਸ ਦੇ ਵਿੱਚ। ਆਪਾਂ ਨੇ ਪ੍ਰੀਵੀਅਸ ਲੈਕਚਰ ਦੇ ਵਿੱਚ ਸਿੰਪਲੈਕਸ ਮੈਥਡ ਕੀ ਹੁੰਦਾ, ਇਹਦੀ ਇੰਟਰੋਡਕਸ਼ਨ, ਬੇਸਿਕ ਟਰਮੀਨੋਲੋਜੀ, ਕੰਪਿਊਟੇਸ਼ਨਲ ਪ੍ਰੋਸੀਜਰ, ਆਰਟੀਫੀਸ਼ੀਅਲ ਵੇਰੀਏਬਲ, ਐਕਸੈਪਸ਼ਨਲ ਕੇਸਿਸ ਅਤੇ ਬਿਗ ਐਮ ਮੈਥਡ ਬਾਰੇ ਥੋੜਾ ਜਿਹਾ ਜਰਨਲ ਲੈਕਚਰ ਦੀ ਗੱਲ ਕੀਤੀ ਸੀਗੀ ਕਿ ਕਿਵੇਂ ਸਿੰਪਲੈਕਸ ਪ੍ਰੋਬਲਮ ਕਿਹੜੀਆਂ ਪ੍ਰੋਬਲਮਸ ਦੇ ਉੱਪਰ ਲੱਗਦੀ ਹੈ। ਬੇਸਿਕਲੀ ਦੋ ਵੈਰੀਏਬਲਸ ਹੋਣ, ਜਦੋਂ ਦੋ ਡਿਸੀਜਨ ਵੈਰੀਏਬਲਸ ਹੋਣ, ਦੋ ਬੇਸਿਕ ਵੈਰੀਏਬਲਸ ਹੋਣ ਲੀਨੀਅਰ ਪ੍ਰੋਗਰਾਮਿੰਗ ਪ੍ਰੋਬਲਮ ਤੇ, ਉਦੋਂ ਆਪਾਂ ਲਗਾਉਂਦੇ ਹਾਂ ਗ੍ਰਾਫਿਕਲ ਮੈਥਡ। ਜਦੋਂ ਦੋ ਜਾਂ ਦੋ ਤੋਂ ਜ਼ਿਆਦਾ ਵੈਰੀਏਬਲਸ ਆ ਜਾਣ ਉਦੋਂ ਆਪਾਂ ਉਹਨਾਂ ਦੇ ਲਈ ਸਿੰਪਲੈਕਸ ਮੈਥਡ ਦਾ ਟੈਕਨੀਕ ਯੂਜ਼ ਕਰਦੇ ਆ। ਉਸ ਤੋਂ ਬਾਅਦ ਆਪਾਂ ਨੇ ਇਹਦੇ ਬੇਸਿਕ ਡੈਫੀਨੇਸ਼ਨ ਕੀਤੀ ਸੀਗੀ। ਡੈਫੀਨੇਸ਼ਨ ਤੋਂ ਬਾਅਦ ਆਪਾਂ ਨੇ ਸਲੈਕ ਅਤੇ ਸਰਪਲਸ ਵੈਰੀਏਬਲਸ ਦੀ ਗੱਲ ਕੀਤੀ ਸੀਗੀ। ਸਲੈਕ ਅਤੇ ਸਰਪਲਸ ਵੈਰੀਏਬਲ ਕਿਹੜੇ ਸੀਗੇ? ਸਲੈਕ ਵੈਰੀਏਬਲ ਸੀਗੇ ਜਿਹੜੇ ਇਨਇਕੁਐਲਿਟੀ ਦੇ ਵਿੱਚ ਲੈਸ ਦੈਨ ਦੀ ਇਕੁਏਸ਼ਨ ਨੂੰ ਇਕੁਐਲਿਟੀ 'ਚ ਲੈ ਕੇ ਆਉਂਦੇ ਨੇ। ਜੇ ਲੈਸ ਦੈਨ ਇਕੁਅਲ ਟੂ ਦੀ ਕੋਈ ਇਕੁਏਸ਼ਨ ਆ, ਇਹਦਾ ਮਤਲਬ ਲੈਫਟ ਹੈਂਡ ਸਾਈਡ ਦੇ ਕੋਲੇ ਕੁਝ ਅਮਾਊਂਟ ਘੱਟ ਹੈ ਤਾਂ ਆਪਾਂ ਉਨੀ ਕੁ ਅਮਾਊਂਟ ਐਡ ਕਰ ਲੈਂਦੇ ਹਾਂ। ਮੰਨ ਲੈਂਦੇ ਹਾਂ ਕਿੰਨੀ ਅਮਾਊਂਟ ਘੱਟ ਹੈ, S1, ਤਾਂ S1 ਐਡ ਕਰਕੇ ਇਹ ਇਕੁਐਲਿਟੀ 'ਚ ਆ ਜਾਂਦੀ ਹੈ। ਤਾਂ S1 ਇੱਥੇ ਕੀ ਕਿਹਾ ਜਾਂਦਾ? ਨੋਨ ਨੈਗੇਟਿਵ ਸਲੈਕ ਵੈਰੀਏਬਲ, ਜਿਹੜੇ ਲੈਸ ਦੈਨ ਦੀ ਕੰਸਟ੍ਰੇਂਟ ਨੂੰ ਇਕੁਅਲ ਟੂ 'ਚ ਲੈ ਕੇ ਆਉਂਦੇ ਆ। ਉਸ ਤੋਂ ਬਾਅਦ ਆਪਾਂ ਨੇ ਪੜ੍ਹਿਆ ਸੀਗਾ ਸਰਪਲਸ ਵੈਰੀਏਬਲ। ਸਰਪਲਸ ਵੈਰੀਏਬਲ ਜਿਹੜੇ ਗ੍ਰੇਟਰ ਦੈਨ ਦੀ ਕੰਸਟ੍ਰੇਂਟ ਨੂੰ ਇਕੁਅਲ ਟੂ 'ਚ ਲੈ ਕੇ ਆਉਂਦੇ ਆ। ਜੇ ਗ੍ਰੇਟਰ ਦੈਨ ਦੀ ਕੰਸਟ੍ਰੇਂਟ ਹੈ, ਇਹਦਾ ਮਤਲਬ ਲੈਫਟ ਹੈਂਡ ਸਾਈਡ ਦੇ ਕੋਲੇ ਕੁਝ ਅਮਾਊਂਟ ਜ਼ਿਆਦਾ ਆ। ਜਿੰਨੀ ਕੁ ਜ਼ਿਆਦਾ ਅਮਾਊਂਟ ਆ ਉਨੀ ਕੁ ਆਪਾਂ ਮਾਈਨਸ ਕਰ ਲੈਂਦੇ ਆ। ਤਾਂ ਮਾਈਨਸ S2 ਕਰਕੇ ਹੁਣ ਇਹ ਕੰਸਟ੍ਰੇਂਟ ਇਕੁਐਲਿਟੀ ਦੀ ਕੰਸਟ੍ਰੇਂਟ ਆ ਗਈ। ਇੱਥੇ S2 ਕੀ ਆ? ਨੋਨ ਨੈਗੇਟਿਵ ਸਰਪਲਸ ਵੈਰੀਏਬਲ ਆ। ਉਸ ਤੋਂ ਬਾਅਦ ਆਰਟੀਫਿਸ਼ੀਅਲ ਵੈਰੀਏਬਲ ਸੀਗੇ, ਇਹ ਹਲੇ ਮੈਂ ਦੱਸਿਆ ਨਹੀਂ ਸੀ ਪ੍ਰੋਸੈਸ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ, ਪਹਿਲਾਂ ਤਾਂ ਇਹਦੇ ਆ ਵਰਕਿੰਗ ਰੂਲ ਦਿੱਤੇ ਹੋਏ ਨੇਗੇ। ਐਲਗੋਰਿਥਮ, ਐਲਗੋਰਿਥਮ ਦੇ ਵਿੱਚ ਕੀ ਚੀਜ਼ ਆ? ਐਲਗੋਰਿਥਮ ਆਪਾਂ ਨੇ ਲਾਸਟ ਲੈਕਚਰ ਕਲੋਜ਼ ਕੀਤਾ ਸੀਗਾ। ਐਲਗੋਰਿਥਮ ਸੀਗਾ ਕਿਸੇ ਕੰਮ ਨੂੰ ਕਰਨ ਦੀ ਨੀਤੀ ਬਣਾਉਣਾ, ਸਟੈਪ ਬਾਈ ਸਟੈਪ ਉਹਦਾ ਵਰਕਿੰਗ ਰੂਲ ਲਿਖਣਾ, ਉਹਨੂੰ ਆਪਾਂ ਐਲਗੋਰਿਥਮ ਕਹਿ ਦਿੰਦੇ ਹਾਂ। ਜਿਵੇਂ ਇਹਦੇ ਪਹਿਲੇ ਸਟੈਪ ਦੇ ਵਿੱਚ ਕੀ ਹੈ? ਐਲਗੋਰਿਥਮ ਫॉर ਸਿੰਪਲੈਕਸ ਮੈਥਡ, ਇਹਨੂੰ ਵਰਕਿੰਗ ਰੂਲ ਵੀ ਕਹਿ ਸਕਦੇ ਹੋ ਤੁਸੀਂ। ਫਸਟ ਆਫ ਆਲ ਆਪਾਂ ਨੇ ਚੈੱਕ ਕਰਨਾ ਕਿ ਦਿੱਤਾ ਹੋਇਆ ਆਬਜੈਕਟਿਵ ਫੰਕਸ਼ਨ LPP ਦਾ ਮੈਕਸੀਮਾਈਜ਼ ਦਾ ਜਾਂ ਮਿਨੀਮਾਈਜ਼ ਦਾ। ਜੇ ਉਹ ਮਿਨੀਮਾਈਜ਼ ਦਾ ਫਿਰ ਤਾਂ ਠੀਕ ਹੈ, ਕੋਈ ਪ੍ਰੋਬਲਮ ਨਹੀਂ। ਕਨਵਰਟ ਕਰਨਾ ਪ੍ਰੋਬਲਮ ਨੂੰ ਮੈਕਸੀਮਾਈਜ਼ਿੰਗ ਦੇ ਵਿੱਚ ਬਾਈ ਯੂਜ਼ਿੰਗ ਮਿਨੀਮਾਈਜੇਸ਼ਨ Z ਇਕੁਅਲਸ ਟੂ ਮਾਈਨਸ ਆਫ ਮੈਕਸੀਮਾਈਜੇਸ਼ਨ। ਇਹਦਾ ਮਤਲਬ ਕੋਈ ਵੀ ਪ੍ਰੋਬਲਮ ਆ ਜਿਹੜੀ ਉਹ ਹਮੇਸ਼ਾ ਮੈਕਸੀਮਾਈਜੇਸ਼ਨ ਦੇ ਕੇਸ ਦੇ ਵਿੱਚ ਹੋਣੀ ਚਾਹੀਦੀ ਹੈ। ਸਿੰਪਲੈਕਸ ਪ੍ਰੋਬਲਮ ਦੇ ਸਿੰਪਲੈਕਸ ਮੈਥਡ ਦੇ ਵਿੱਚ ਕੋਈ ਵੀ LPP ਆ ਗਈ, ਲੀਨੀਅਰ ਪ੍ਰੋਗਰਾਮਿੰਗ ਪ੍ਰੋਬਲਮ ਆ ਗਈ, ਹਰੇਕ ਪ੍ਰੋਬਲਮ ਦਾ ਜਿਹੜਾ ਆਬਜੈਕਟਿਵ ਫੰਕਸ਼ਨ ਦਾ ਉਹ ਮੈਕਸੀਮਾਈਜੇਸ਼ਨ ਦਾ ਹੋਣਾ ਚਾਹੀਦਾ। ਜੇ ਮਿਨੀਮਾਈਜੇਸ਼ਨ ਦਾ ਆ ਤਾਂ ਉਹਨੂੰ ਮਾਈਨਸ ਨਾਲ ਮਲਟੀਪਲਾਈ ਕਰਕੇ ਮੈਕਸੀਮਮ ਲਿਖ ਦਿਓ। ਜੇ ਮਿਨੀਮਮ ਦਾ ਆ ਆਬਜੈਕਟਿਵ ਫੰਕਸ਼ਨ ਤਾਂ ਆਬਜੈਕਟਿਵ ਫੰਕਸ਼ਨ ਦੀ ਰਾਈਟ ਹੈਂਡ ਸਾਈਡ ਨੂੰ ਕਿਹਦੇ ਨਾਲ ਮਲਟੀਪਲਾਈ ਕਰ ਦਾਂਗੇ? ਮਾਈਨਸ ਦੇ ਨਾਲ। ਹੁਣ ਮਿਨੀਮਮ ਦੀ ਜਗ੍ਹਾ ਤੇ ਕੀ ਆਉਣ ਲੱਗ ਜਾਏਗਾ? ਮੈਕਸੀਮਮ ਆਉਣ ਲੱਗ ਜਾਏਗਾ। ਜੇ ਉਹ ਆਲਰੇਡੀ ਮੈਕਸੀਮਮ ਦਾ ਆਬਜੈਕਟਿਵ ਫੰਕਸ਼ਨ, ਫਿਰ ਕੁਝ ਵੀ ਕਰਨ ਦੀ ਲੋੜ ਨਹੀਂ, ਉਦਾਂ ਹੀ ਰੱਖ ਲਓ। ਸਮਝ ਲੱਗ ਗਿਆ ਪਹਿਲਾ ਸਟੈਪ? ਸਮਝ ਲੱਗ ਗਿਆ ਵੀ? ਨਹੀਂ ਪਤਾ ਲੱਗਿਆ? ਪਤਾ ਤਾਂ ਨਹੀਂ ਲੱਗਿਆ? ਸਹੀ ਸੀ ਦੱਸੋ, ਓਪਨਲੀ ਦੱਸੋ। ਆਬਜੈਕਟਿਵ ਫੰਕਸ਼ਨ ਦਾ ਪਤਾ ਕੀ ਹੁੰਦਾ? ਨਹੀਂ ਪਤਾ, ਉਹੀ ਕਹਿ ਰਹੇ ਹੋ। ਪਹਿਲਾਂ ਕਲਾਸ ਲਾਈ ਆ ਕੋਈ? ਪਹਿਲੀ ਕਲਾਸ ਅੱਜ? ਫਿਰ ਪਹਿਲਾਂ ਕਿੱਥੋਂ ਪਤਾ ਲੱਗੂਗਾ? ਆਪਣੇ ਕੋਲੇ ਲੀਨੀਅਰ ਪ੍ਰੋਗਰਾਮਿੰਗ ਪ੍ਰੋਬਲਮ ਦੇ ਵਿੱਚ ਮੈਂ ਸਟੇਟਮੈਂਟ ਦਿਖਾ ਦੇਣਾ ਤੁਹਾਨੂੰ, ਕਿੱਦਾਂ ਦੀ ਸਟੇਟਮੈਂਟ ਹੁੰਦੀ ਹੈ। ਮੰਨ ਲਓ ਆਹ ਕੋਈ ਸਟੇਟਮੈਂਟ ਹੈ, ਕਹਿੰਦਾ ਯੂਜ਼ ਕਰੋ ਸਿੰਪਲੈਕਸ ਮੈਥਡ ਟੂ ਸੋਲਵ ਦਾ LPP। ਇੱਕ ਆਪਣੇ ਕੋਲੇ ਆ ਦਿੱਤਾ ਹੁੰਦਾ ਕੁਝ ਮੈਕਸਿਮਮ Z ਜਾਂ ਮਿਨੀਮਮ Z, ਇਹਨੂੰ ਆਪਾਂ ਬੋਲਦੇ ਆ ਆਬਜੈਕਟਿਵ ਫੰਕਸ਼ਨ। ਤੁਸੀਂ ਪੁਰਾਣੀਆਂ ਕਲਾਸਾਂ ਫਿਰ ਆਨਲਾਈਨ ਵੀ ਨਹੀਂ ਅਟੈਂਡ ਕੀਤੀਆਂ? ਕਿਉਂ? ਇੰਨਾ ਕਿੱਧਰ ਬਿਜ਼ੀ ਰਹੇ? ਐਵੇਂ ਨਹੀਂ ਕੰਮ ਚੱਲਣਾ ਹੈਗਾ ਵੀ ਹਫਤੇ 10 ਦਿਨ ਬਾਅਦ ਉੱਠ ਕੇ ਆ ਗਏ, ਆਪਾਂ ਦੇਖ ਲਿਆ ਬੈਠ ਕੇ ਕੀ ਫੋਟੋਆਂ ਜੀਆਂ ਦਿਖਾਈ ਜਾਂਦੇ ਨੇ, ਪਤਾ ਨਹੀਂ ਕੀ ਕਰੀ ਜਾਂਦੇ ਨੇ, ਪਤਾ ਲੱਗਿਆ ਠੀਕ ਹੈ, ਨਹੀਂ ਲੱਗਿਆ ਤਾਂ ਵੀ ਠੀਕ ਹੈ, ਐ ਨਹੀਂ ਚੱਲਣਾ। ਤੁਸੀਂ ਪਹਿਲਾਂ ਕਲਾਸਾਂ ਲਗਾਈਆਂ ਨੇ? ਤੁਸੀਂ ਵੀ? ਕਿਉਂ? ਕਿੱਥੇ ਗਏ ਹੋਏ ਸੀਗੇ? ਪਤਾ ਨਹੀਂ ਸੀ ਵੀ ਕਲਾਸਾਂ ਲੱਗਦੀਆਂ ਨੇ? ਪਤਾ ਤਾਂ ਸੀਗਾ, ਗਰੁੱਪ 'ਚ ਤਾਂ ਐਡ ਹੋ। ਗਰੁੱਪ 'ਚ ਐਡ ਨਹੀਂ ਹੈਗੇ? ਤੁਸੀਂ ਵੀ ਗਰੁੱਪ 'ਚ ਨਹੀਂ ਐਡ ਹੈਗੇ? BSc 2 ਦੀ ਕਲਾਸ, BSc 2 ਚੋਂ ਤੁਸੀਂ ਉਧਰ ਕਲਾਸ ਲੱਗਦੀ ਹੁੰਦੀ ਹੈ ਸਰ ਦੀ, ਉਹ ਲਾਉਂਦੇ ਹੁੰਦੇ ਹੋ? ਫਿਰ ਜੇ ਉਹ ਲਾਉਂਦੇ ਹੋ ਤਾਂ ਇਹ ਕਿਉਂ ਨਹੀਂ ਲੱਗਦੇ? ਦੋ ਕਲਾਸਾਂ ਲੱਗਦੀਆਂ ਤੁਹਾਡੀਆਂ। ਆ ਬੱਚੇ ਲਾਉਂਦੇ ਨੇ, ਇਹਨਾਂ ਨੂੰ ਤਾਂ ਪਤਾ ਸਾਰਾ, ਪਤਾ ਤੁਹਾਨੂੰ ਆਬਜੈਕਟਿਵ ਫੰਕਸ਼ਨ ਕੀ ਹੁੰਦਾ।
ਇਹਨੂੰ ਆਪਾਂ ਬੋਲਦੇ ਹਾਂ ਆਬਜੈਕਟਿਵ ਫੰਕਸ਼ਨ। ਆ ਜਿਹੜੀਆਂ ਕੰਡੀਸ਼ਨਸ ਦਿੱਤੀਆਂ ਹੋਈਆਂ ਨੇਗੀਆਂ ਇਹ ਨੇਗੀਆਂ ਕੰਸਟ੍ਰੇਂਟਸ। ਆ ਕੀ ਹੈ, ਆ ਜਿਹੜੀ ਨਾਲ ਕੰਡੀਸ਼ਨ ਦਿੱਤੀ ਹੋਈ ਹੈ ਇਹ ਹੋਊਗੀ ਕੰਡੀਸ਼ਨ ਆਫ ਨॉन ਨੈਗੇਟਿविटी। ਵੀ ਆਪਾਂ ਨੇ ਜਿਹੜਾ ਵੀ ਏਰੀਆ ਦੇਖਣਾ ਆ, ਜਿਹੜਾ ਵੀ ਆंसर ਦੇਖਣਾ ਉਹ ਪਹਿਲੇ ਕੁਆਡਰੈਂਟ 'ਚ ਦੇਖਣਾ, ਪੋਜ਼ਿਟਿਵ ਕੁਆਡਰੈਂਟ 'ਚ ਦੇਖਣਾ। ਆ ਦੋ ਚੀਜ਼ਾਂ ਦੀ ਬੇਸਿਕ ਲੋੜ ਆਪਾਂ ਨੂੰ, ਇੱਕ ਤਾਂ ਆਬਜੈਕਟਿਵ ਫੰਕਸ਼ਨ ਦੀ, ਇੱਕ ਸਬਜੈਕਟ ਟੂ ਕੰਸਟ੍ਰੇਂਟਸ ਦੀ। ਸੋ ਇਹਦਾ ਹੁਣ ਪਹਿਲੇ ਕੰਡੀਸ਼ਨ ਦੇ ਵਿੱਚ ਕੀ ਆ ਗਿਆ, ਟੂ ਸਿੰਪਲੀਫਾਈ ਦਾ ਕੰਪੀਟੀਸ਼ਨਲ ਪ੍ਰੋਸੀਜਰ ਵੀ ਕੈਨ ਰਿਡਿਊਸ ਦਾ ਸਾਈਜ਼ ਆਫ ਦਾ ਨੰਬਰ ਆਫ ਡਿਵਾਈਡਿੰਗ ਈਚ ਕੰਸਟ੍ਰੇਂਟ ਬਾਈ 5। ਪਹਿਲੀ ਗੱਲ ਤਾਂ ਇਹਦੇ ਵਿੱਚੋਂ 5 ਕਰਕੇ ਡਿਵਾਈਡ ਕਰਕੇ ਇਹਨੂੰ ਇਦਾਂ ਦੀ ਬਣਾਇਆ ਜਾ ਸਕਦਾ। ਦੂਜੀ ਕੰਸਟ੍ਰੇਂਟ ਵੀ 5 ਤੇ ਡਿਵਾਈਡ ਹੁੰਦੀ ਹੈ, ਇਹਨੂੰ ਇਦਾਂ ਦੀ ਕੰਡੀਸ਼ਨ ਬਣਾਇਆ ਜਾ ਸਕਦਾ ਹੈ। ਠੀਕ ਹੈ। We also convert the original problem into minimization problem by multiplying the objective function to -1। ਮੈਂ ਪਿਛਲੇ ਲੈਕਚਰ ਦੇ ਵਿੱਚ ਦੱਸਿਆ ਸੀਗਾ ਕਿ ਤੁਹਾਡਾ ਜਿਹੜਾ ਆਬਜੈਕਟਿਵ ਫੰਕਸ਼ਨ ਆ ਸਿੰਪਲੈਕਸ ਪ੍ਰੋਬਲਮ ਦੇ ਵਿੱਚ ਉਹ ਹਮੇਸ਼ਾ ਹੀ ਮਿਨੀਮਾਈਜੇਸ਼ਨ ਦਾ ਹੋਣਾ ਚਾਹੀਦਾ ਆ। ਜੇ ਮੈਕਸਿਮਾਈਜੇਸ਼ਨ ਦਾ ਆ ਤਾਂ ਉਹਨੂੰ ਮਾਈਨਸ ਨਾਲ ਮਲਟੀਪਲਾਈ ਕਰਕੇ ਮਿਨੀਮਮ ਬਣਾ ਲਓ। ਆ ਦੇਖੋ 45x1 ਸੀ, ਹੁਣ ਮਾਈਨਸ ਦਾ 45x1 ਆ ਗਿਆ। 80x2 ਸੀ ਤਾਂ ਮਾਈਨਸ ਦਾ 80x2 ਆ ਗਿਆ। ਜੇ ਮਾਈਨਸ ਦਾ 80x2 ਹੁੰਦਾ ਤਾਂ ਪਲੱਸ ਦਾ 80x2 ਆ ਜਾਂਦਾ। ਸੋ ਪਹਿਲਾ ਸਟੈਪ ਕੀ ਆ ਤੁਹਾਡਾ, ਆਬਜੈਕਟਿਵ ਫੰਕਸ਼ਨ ਮਿਨੀਮਾਈਜੇਸ਼ਨ ਦਾ ਬਣਾਉਣਾ। ਜੇ ਉਹ ਆਲਰੇਡੀ ਮਿਨੀਮਾਈਜੇਸ਼ਨ ਦਾ ਤਾਂ ਠੀਕ ਹੈ, ਜੇ ਮੈਕਸਿਮਾਈਜੇਸ਼ਨ ਦਾ ਆ ਤਾਂ ਉਹਨੂੰ ਮਾਈਨਸ ਨਾਲ ਮਲਟੀਪਲਾਈ ਕਰਕੇ ਮਿਨੀਮਾਈਜੇਸ਼ਨ 'ਚ ਬਣਾ ਲਓ। ਇਹ ਤੁਹਾਡਾ ਪਹਿਲਾ ਸਟੈਪ ਹੈ। ਦੂਜਾ ਸਟੈਪ ਹੈਗਾ ਇਹਦਾ ਸਬਜੈਕਟ ਟੂ ਕੰਸਟ੍ਰੇਂਟ ਨੂੰ ਇਕੁਐਲਿਟੀ 'ਚ ਲੈ ਕੇ ਆਉਣ ਦਾ। ਆਪਾਂ ਦੁਬਾਰਾ ਇਹ ਤੇ ਵਾਪਸ ਆ ਜੰਨੇ ਆ, ਪਹਿਲਾਂ ਉਧਰੋਂ ਉੱਪਰੋਂ ਪੜ੍ਹ ਲਈਏ ਕਿ ਦੂਜਾ ਸਟੈਪ ਕੀ ਕਹਿੰਦਾ ਐਲਗੋਰਿਥਮ ਦੇ ਵਿੱਚ। ਅੱਜ ਆਪਣਾ ਐਲਗੋਰਿਥਮ ਇੱਕ ਕਲੀਅਰ ਹੋਊਗਾ, ਸਾਹਮਣੇ ਕੋਈ ਹੋਣਾ। ਸੋ ਮਾਈਨਸ ਨਾਲ ਮਲਟੀਪਲਾਈ ਕਰਕੇ ਉਹਨੂੰ ਮਿਨੀਮਾਈਜੇਸ਼ਨ ਦਾ ਬਣਾ ਲਿਆ। ਨੈਕਸਟ ਵੀ ਵਿਲ ਸੀ ਦਾ ਵੈਦਰ BI's ਆਰ ਨॉन ਨੈਗੇਟਿਵ। If any one of BI is negative, then multiply the corresponding equation by -1 and so as all BI's are non-negative। ਹੁਣ BI ਕੀ ਚੀਜ਼ ਆ, ਕੰਸਟ੍ਰੇਂਟ ਦੀ ਰਾਈਟ ਹੈਂਡ ਸਾਈਡ, ਕੰਸਟ੍ਰੇਂਟ ਦੀ ਰਾਈਟ ਹੈਂਡ ਸਾਈਡ। ਜਿਵੇਂ ਆ ਆਪਣੀ ਪ੍ਰੋਬਲਮ ਸੀਗੀ, ਆ ਇਹਦੀਆਂ BI's ਨੇਗੀਆਂ, BI's ਕਿ ਕੋਈ BI ਨੈਗੇਟਿਵ ਤਾਂ ਨਹੀਂ ਹੈਗੀ। ਇਹਦੀਆਂ ਦੋਨੇ BI ਪੋਜ਼ਿਟਿਵ ਨੇਗੀਆਂ ਤਾਂ ਆਪਾਂ ਇਹਨੂੰ ਦੂਜਾ ਸਟੈਪ ਲਾਉਣ ਦੀ ਲੋੜ ਨਹੀਂ। ਜੇ ਕੋਈ BI ਨੈਗੇਟਿਵ ਹੁੰਦੀ ਫਿਰ ਆਪਾਂ ਉਹਨੂੰ ਮਾਈਨਸ ਨਾਲ ਮਲਟੀਪਲਾਈ ਕਰਕੇ ਪੋਜ਼ਿਟਿਵ ਬਣਾਉਂਦੇ। ਇੱਥੇ BI ਆਪਣੇ ਕੋਲ ਪਹਿਲਾਂ ਹੀ ਕੀ ਨੇ, ਪੋਜ਼ਿਟਿਵ ਨੇ। ਸੋ ਪਹਿਲਾ ਸਟੈਪ ਕੀ ਹੋ ਗਿਆ, ਆਬਜੈਕਟਿਵ ਫੰਕਸ਼ਨ ਦਾ ਮਿਨੀਮਾਈਜੇਸ਼ਨ 'ਚ ਕਨਵਰਟ ਕਰਨਾ। ਦੂਜਾ ਸਟੈਪ ਕੀ ਹੋ ਗਿਆ, BI's ਨੂੰ ਪੋਜ਼ਿਟਿਵ ਬਣਾਉਣ ਦਾ। ਤੀਜਾ ਸਟੈਪ ਕੀ ਹੋ ਗਿਆ, ਇੰਟਰੋਡਿਊਸ ਕਰਾਂਗੇ ਸਲੈਕ ਜਾਂ ਸਰਪਲਸ ਵੇਰੀਏਬਲਸ ਇਨ ਕੰਸਟ੍ਰੇਂਟਸ ਟੂ ਕਨਵਰਟ ਦਾ ਇਨਇਕੁਏਸ਼ਨਸ ਇਨਟੂ ਇਕੁਏਸ਼ਨਸ। ਇਨ ਇਕੁਏਸ਼ਨ ਜਾਂ ਇਨ ਇਕੁਐਲਿਟੀ ਉਹ ਹੁੰਦੀ ਆ ਜਿਹੜੀ ਕੰਸਟ੍ਰੇਂਟ ਗ੍ਰੇਟਰ ਦੈਨ ਦੀ ਇਕੁਅਲ ਦੀ ਹੋਵੇ ਜਾਂ ਲੈਸ ਦੈਨ ਇਕੁਅਲ ਟੂ ਦੀ ਹੋਵੇ। ਕੰਸਟ੍ਰੇਂਟ ਜਿਹੜੀ ਵੀ ਕੰਸਟ੍ਰੇਂਟ ਗ੍ਰੇਟਰ ਦੈਨ ਇਕੁਅਲ ਟੂ ਦੀ ਆ ਜਾਂ ਲੈਸ ਦੈਨ ਇਕੁਅਲ ਟੂ ਦੀ ਆ, ਉਹਦੇ ਤੇ ਸੂਟੇਬਲ ਸਲੈਕ ਜਾਂ ਸਰਪਲਸ ਵੇਰੀਏਬਲ ਲਗਾ ਕੇ ਇਹਨਾਂ ਨੂੰ ਇਕੁਏਸ਼ਨਸ 'ਚ ਲੈ ਆਉਣਾ। ਇਕੁਏਸ਼ਨ ਦਾ ਮਤਲਬ ਇਕੁਐਲਿਟੀ 'ਚ ਲੈ ਆਉਣਾ। ਉਹ ਤੁਹਾਨੂੰ ਪਤਾ ਹੀ ਆ ਵੀ ਜੇ ਕੰਸਟ੍ਰੇਂਟ ਲੈਸ ਦੈਨ ਇਕੁਅਲ ਟੂ ਦੀ ਹੋਵੇ ਤਾਂ ਸਲੈਕ ਵੇਰੀਏਬਲ ਲੱਗਦਾ, ਜੇ ਕੰਸਟ੍ਰੇਂਟ ਗ੍ਰੇਟਰ ਦੈਨ ਇਕੁਅਲ ਟੂ ਦੀ ਹੋਵੇ ਤਾਂ ਸਰਪਲਸ ਵੇਰੀਏਬਲ ਲੱਗਦਾ। ਆਪਾਂ ਸਮ 'ਚ ਚਲੇ ਜਾਂਦੇ ਹਾਂ ਆਪਣੇ 'ਚ। ਆਹੀ ਸਮ ਸੀਗਾ। ਜਿਵੇਂ ਹੁਣ ਆਹ ਕੰਸਟ੍ਰੇਂਟ ਤੁਹਾਡੀ ਲੈਸ ਦੈਨ ਇਕੁਅਲ ਟੂ ਦੀ ਹੈ, ਇੱਥੇ ਕੀ ਲੱਗੂਗਾ, ਸਲੈਕ ਵੇਰੀਏਬਲ ਲੱਗੂਗਾ S1। ਜਾਂ ਇਹਦੇ ਵਿੱਚ ਦੋ ਵੇਰੀਏਬਲਸ ਨੇ, ਤੀਜਾ ਤੁਸੀਂ x3 ਲੈ ਲਓ, x3 ਲੈ ਲਓ, ਜਾਂ ਤੁਸੀਂ ਪਲੱਸ ਦਾ ਕੀ ਕਰ ਸਕਦੇ ਸੀ, S1 ਲੈ ਸਕਦੇ ਸੀ, ਕੋਈ ਪ੍ਰੋਬਲਮ ਨਹੀਂ ਇਹਦੀ। ਦੂਜੀ ਕੰਸਟ੍ਰੇਂਟ ਲੈਸ ਦੈਨ ਇਕੁਅਲ ਟੂ ਦੀ ਆ, ਇਹਦਾ ਮਤਲਬ ਲੈਫਟ ਹੈਂਡ ਸਾਈਡ ਕੋਲੇ ਅਮਾਊਂਟ ਘੱਟ ਹੈ, ਇਹਨੂੰ ਕੁਛ ਅਮਾਊਂਟ ਦੇਣੀ ਪਊਗੀ ਤਾਂ ਇਹ ਕਨਵਰਟ ਹੋਊਗੀ ਇਕੁਐਲਿਟੀ 'ਚ। ਤਾਂ ਇਹਦੇ ਵਿੱਚ ਆਪਾਂ x4 ਐਡ ਕਰ ਲਿਆ, ਜਾਂ ਤੁਸੀਂ S2 ਵੀ ਲੈ ਸਕਦੇ ਸੀਗੇ।
ਸੋ ਦੋਨੇ ਕੰਸਟ੍ਰੇਂਟਸ ਨੂੰ ਪਹਿਲਾਂ ਤਾਂ ਆਪਾਂ ਨੇ ਇਕੁਐਲਿਟੀ 'ਚ ਲੈ ਆਂਦਾ, ਇਹ ਆਪਣਾ ਥਰਡ ਸਟੈਪ ਹੈ। ਮੈਂ ਦੁਬਾਰਾ ਰਿਪੀਟ ਕਰੀ ਜਾਂਦਾ, ਪਹਿਲਾ ਸਟੈਪ ਹੋ ਗਿਆ ਆਬਜੈਕਟਿਵ ਫੰਕਸ਼ਨ ਨੂੰ ਮਿਨੀਮਾਈਜੇਸ਼ਨ ਦਾ ਬਣਾਉਣਾ, ਦੂਜਾ ਸਟੈਪ ਹੋ ਗਿਆ BI's ਨੂੰ ਪੋਜ਼ਿਟਿਵ ਬਣਾਉਣਾ, ਤੀਜਾ ਸਟੈਪ ਹੋ ਗਿਆ ਇਕੁਐਲਿਟੀ 'ਚ ਕਨਵਰਟ ਕਰਨਾ ਸਟੇਟਮੈਂਟ ਨੂੰ। ਸੋ ਆਪਣੇ ਕੋਲ ਇੱਥੇ ਫਿਲਹਾਲ ਹਲੇ ਤੱਕ ਦੋ ਵੈਰੀਏਬਲਸ ਬੇਸਿਕ ਨੇਗੇ, x1 ਅਤੇ x2 ਗਿਵਨ ਡਿਸੀਜਨ ਵੈਰੀਏਬਲਸ ਨੇ। ਆ ਜਿਹੜੇ x3 ਤੇ x4 ਲਾਏ ਨੇ, ਜਾਂ ਤੁਸੀਂ ਇਹਨਾਂ ਦੀ ਜਗ੍ਹਾ ਤੇ s1 s2 ਲੈ ਸਕਦੇ ਸੀ, ਇਹ ਕਿਹੜੇ ਨੇ ਤੁਹਾਡੇ ਸਲੈਕ ਵੈਰੀਏਬਲ ਨੇ। ਜੇ ਕੋਈ ਕੰਸਟ੍ਰੇਂਟ ਗ੍ਰੇਟਰ ਦੈਨ ਇਕੁਅਲ ਟੂ ਦੀ ਹੁੰਦੀ, ਉਹਨੂੰ ਲੈਸ ਦੈਨ ਇਕੁਅਲ ਟੂ ਬਣਾਉਣ ਦੇ ਲਈ ਸਰਪਲਸ ਵੈਰੀਏਬਲ ਲੱਗਦਾ, ਉਹਦੇ ਬਾਰੇ ਵੀ ਇੱਥੇ ਦੱਸ ਦੇ ਵੀ ਆਹ ਵਾਲਾ ਵੈਰੀਏਬਲ ਤੁਹਾਡਾ ਸਰਪਲਸ ਵੈਰੀਏਬਲ ਆ। ਇੱਥੇ ਫਿਲਹਾਲ ਦੋਨੇ ਹੀ ਆਪਣੇ ਕੋਲੇ ਕੀ ਨੇ, ਲੈਸ ਦੈਨ ਇਕੁਅਲ ਦੀਆਂ ਕੰਸਟ੍ਰੇਂਟ ਸੀ, ਤਾਂ ਦੋਨੇ ਹੀ ਕੀ ਆ ਗਏ, ਸਲੈਕ ਵੈਰੀਏਬਲ ਆ ਗਏ। ਤਿੰਨ ਸਟੈਪ ਹੋ ਗਏ ਆਪਣੇ। ਉਸ ਤੋਂ ਬਾਅਦ ਆਪਾਂ ਐਲਗੋਰਿਥਮ ਦੇ ਜਾਂਦੇ ਹਾਂ ਚੌਥੇ ਸਟੈਪ ਦੇ ਵਿੱਚ। We will get initial basic feasible solution in the form of xb equals to b inverse into b and put in the first column of the simplex table. Initial basic feasible solution ਲਾਉਣਾ ਆ xb b inverse into b ਕਰਕੇ। मैं एक अलग तो खोल लेना ਉਹਦੀ फाइल जी, फिर मैनू सौखा समझ लग जूगा। एक पासे मैं वर्किंग रूल खोल लेना, एक पासे आपां खोल लैंदे आ एल्गोरिथम। हाँ हुण अपने कोले की है, आ वाला xb इक्वल्स टू b इनवर्स इंटू b च लैके आउणा आ। ਤਾਂ ਆਪਾਂ ਆਪਣੀ ਪ੍ਰੋਬਲਮ ਦੇ ਵਿੱਚ ਦੇਖਦੇ ਹਾਂ, ਪ੍ਰੋਬਲਮ ਦੇ ਵਿੱਚ ਕੀ ਚੀਜ਼ ਹੋਗੀ। ਪਹਿਲਾਂ ਤਾਂ ਆਪਾਂ ਆਬਜੈਕਟਿਵ ਫੰਕਸ਼ਨ, ਆਹ ਵਾਲੀ ਰੋ ਕਿਹੜੀ ਹੋਗੀ ਆਪਣੀ, ਆਬਜੈਕਟਿਵ ਫੰਕਸ਼ਨ ਦੀ ਰੋ ਹੋਗੀ, ਆ ਜਿਹੜੀ ਪਹਿਲੀ ਰੋ ਆ। ਇਹਦੇ ਵਿੱਚ ਵੈਰੀਏਬਲਸ ਦੇ ਨਾਮ ਕੀ ਨੇ, ਆ ਦੇਖੋ ਧਿਆਨ ਨਾਲ, ਇਹ ਕਿਹਦੀ ਕਾਲਮ ਹੋਗੀ x1 ਦੀ, ਇਹ ਕਿਹਦੀ ਕਾਲਮ ਹੋਗੀ x2 ਦੀ, ਇਹ ਕਾਲਮ ਹੋਗੀ x3 ਦੀ, ਇਹ ਕਾਲਮ ਹੋਗੀ x4 ਦੀ। ਠੀਕ ਹੈ, ਪਤਾ ਲੱਗ ਰਿਹਾ। ਹੁਣ ਉਹ ਤੋਂ ਬਾਅਦ ਆ ਜਿਹੜੀਆਂ ਸੀਗੀਆਂ ਇਹ ਆਣਗੀਆਂ ਕੰਸਟ੍ਰੇਂਟਸ। ਪਹਿਲਾਂ ਤਾਂ ਧਿਆਨ ਨਾਲ ਦੇਖੋ, ਆਬਜੈਕਟਿਵ ਫੰਕਸ਼ਨ ਦੇ ਵਿੱਚ z ਕੀ ਪਿਆ -45x1, x1 ਕਿੰਨਾ ਪਿਆ -45, x2 ਦਾ ਕੋਐਫੀਸ਼ੀਐਂਟ ਕਿੰਨਾ -80, ਇਹਦੇ ਵਿੱਚ x3 ਤਾਂ ਹੈ ਨਹੀਂਗਾ, ਤਾਂ x3 ਦਾ ਕੋਐਫੀਸ਼ੀਐਂਟ 0, ਇਹਦੇ ਵਿੱਚ x4 ਵੀ ਨਹੀਂ ਹੈਗਾ, ਤਾਂ x4 ਦਾ ਕੋਐਫੀਸ਼ੀਐਂਟ 0। ਉਸ ਤੋਂ ਬਾਅਦ ਆਪਾਂ ਨਾਮ ਦੇ ਲਾਂਗੇ P1 P2 P3 P4 ਦਾ, ਨਹੀਂ ਵੀ ਦੇਣੇ ਤਾਂ ਵੀ ਤੁਹਾਡੀ ਮਰਜ਼ੀ ਆ, ਕੋਈ ਚੱਕਰ ਨਹੀਂ, ਇਹਨੂੰ ਆਪਾਂ ਸਕਿਪ ਕਰ ਸਕਦੇ ਹਾਂ। ਠੀਕ ਹੈ, ਉਹ ਤੋਂ ਬਾਅਦ ਕੰਸਟ੍ਰੇਂਟਸ ਦੇ ਵਿੱਚੋਂ ਦੇਖੋ x1 ਦੀ ਕਾਲਮ ਕਿੰਨੀ ਆ 1 2, ਤਾਂ 1 2 ਆ ਗਿਆ। x2 ਦੀ ਕਾਲਮ ਕਿੰਨੀ ਆ ਕੰਸਟ੍ਰੇਂਟ 'ਚ 4 3, ਤਾਂ 4 3 ਆ ਗਿਆ। x3 ਦੀ ਕਾਲਮ ਕਿੰਨੀ ਆ 1 0, ਕਿਉਂਕਿ ਇਹਦੇ 'ਚ ਤਾਂ ਹੈ ਨਹੀਂਗਾ, ਤਾਂ 1 0 ਇਹਦੀ ਕੰਸਟ੍ਰੇਂਟ ਆ ਗਈ। x4 ਦੀ ਕਾਲਮ ਕਿੰਨੀ ਆ 0 1, ਤਾਂ ਆ 0 1 ਇਹਦੀ ਕੰਸਟ੍ਰੇਂਟ ਆ ਗਿਆ। ਸਮਝ ਲੱਗ ਰਿਹਾ। ਹੁਣ ਆਪਾਂ ਗੱਲ ਕਰਦੇ ਹਾਂ ਕਿਹੜਾ ਵੈਰੀਏਬਲ ਇੱਥੇ ਐਂਟਰ ਕਰੂਗਾ। ਆਪਾਂ ਵਰਕਿੰਗ ਪਹਿਲਾਂ ਤਾਂ ਸਾਰਾ ਸਿਸਟਮ ਆਪਾਂ ਨੇ ਇੱਥੇ ਪੁੱਟ ਕਰ ਲਿਆ। ਹੁਣ ਆ ਜਿਹੜੀ ਚੀਜ਼ ਆ ਇਹ ਹੋਗੀ BI's ਕੰਸਟ੍ਰੇਂਟਸ ਦੀ ਰਾਈਟ ਹੈਂਡ ਸਾਈਡ। ਰਾਈਟ ਹੈਂਡ ਸਾਈਡ ਕਿੰਨੀ ਪਈ ਆ 80 ਪਈ ਆ ਪਹਿਲੀ ਕੰਸਟ੍ਰੇਂਟ ਦੀ, 90 ਪਈ ਆ ਦੂਜੀ ਕੰਸਟ੍ਰੇਂਟ ਦੀ। ਠੀਕ ਹੈ, ਤਾਂ ਹੁਣ ਆਪਣੇ ਕੋਲੇ ਕੀ ਹੈ, ਆਪਾਂ ਵਰਕਿੰਗ ਰੂਲ ਚ ਦੇਖਦੇ ਹਾਂ। ਇਹਨਾਂ ਨੂੰ ਸਿਸਟਮ ਨੂੰ ਫਿਲ ਕਰਤਾ ਆਪਾਂ ਨੇ ਟੇਬਲ ਦੇ ਵਿੱਚ। ਤਾਂ ਹੁਣ ਵਰਕਿੰਗ ਰੂਲ ਦੇ ਵਿੱਚ ਕੀ ਆ ਗਿਆ, we will get ਆ ਸੀਗਾ compute zj minus cj and examine its sign। ਜੇ ਸਾਰੇ zj minus cj ਨੇ then initial basic feasible solution ਦੇ xb ਦੇ ਵਿੱਚ optimum ਨੇ, then basic feasible solution, and if there is at least zj minus cj is negative proceed to minus next step।
ਆਪਾਂ ਇੱਕ ZJ ਮਾਈਨਸ CJ ਨਾਮ ਦੀ ਚੀਜ਼ ਪਤਾ ਕਰਾਂਗੇ। ਮੈਂ ਐਗਜ਼ਾਮਪਲ ਦੇ ਵਿੱਚ ਦੱਸੂਗਾ, ਹਲੇ ਨਹੀਂ ਦੱਸਦਾ, ਦੂਜੇ ਪੇਜ ਤੇ ਜਾ ਕੇ। ਜੇ ਸਾਰੇ ZJ ਮਾਈਨਸ CJ ਪੋਜ਼ਿਟਿਵ ਨੇ ਤਾਂ ਆਪਣਾ ਸੋਲੂਸ਼ਨ ਆ ਗਿਆ। ਜੇ ਕੋਈ ZJ ਮਾਈਨਸ CJ ਨॉन ਨੈਗੇਟਿਵ ਆ ਤਾਂ ਨੈਕਸਟ ਸਟੈਪ ਤੇ ਚੱਲ ਜਾਓ। ਹੁਣ ਨੈਕਸਟ ਸਟੈਪ ਕੀ ਹੈ? ਇਫ देयर आर मोर देन वन नॉन ਨੈਗੇਟਿਵ ZJ ਮਾਈਨਸ CJ then choose the most negative, ਜਿਹੜਾ ਸਭ ਤੋਂ ਜ਼ਿਆਦਾ ਨੈਗੇਟਿਵ ਹੈ, ਜਿਹੜਾ ਸਭ ਤੋਂ ਜ਼ਿਆਦਾ ਮਾਈਨਸ ਦੇ ਵਿੱਚ ਵੱਡੀ ਅਮਾਉਂਟ ਆ, ਜਿਹੜੀ ਮੋਸਟ ਨੈਗੇਟਿਵ ਆ, ਆਪਣਾ ਉਹ ਸੋਲੂਸ਼ਨ ਸਿਲੈਕਟ ਹੋਊਗਾ। ਹੁਣ ਆਪਣੇ ਸਮ ਦੇ ਵਿੱਚ ਆ ਜੰਨੇ ਆ। ਆਪਣੇ ਸਮ ਦੇ ਵਿੱਚ ਦੇਖੋ ਤਾਂ ZJ ਮਾਈਨਸ CJ ਆ ਹੋ ਗਈਆਂ, ZJ ਮਾਈਨਸ CJ। ਇਹਦੇ ਵਿੱਚ ਦੇਖੋ ਸਾਰੀਆਂ ਪੋਜ਼ਿਟਿਵ ਨੇ ਕਿ ਨੈਗੇਟਿਵ ਨੇ? ਨੈਗੇਟਿਵ ਨੇ। ਜੇ ਸਾਰੀਆਂ ਪੋਜ਼ਿਟਿਵ ਹੁੰਦੀਆਂ ਆਪਣਾ ਆਨਸਰ ਆ ਜਾਂਦਾ, ਆਪਣਾ ਆਨਸਰ ਇੱਥੇ ਹੀ ਆ ਜਾਣਾ ਸੀ, ਪਰ ਇੱਥੇ ਮਾਈਨਸ ਦੇ ਵਿੱਚ ਨੇ। ਸਟੈਪ 'ਚ ਕੀ ਲਿਖਿਆ ਹੈ ਵੀ ਜੇ ਇੱਕ ਤੋਂ ਜ਼ਿਆਦਾ ਅਮਾਊਂਟਸ ਮਾਈਨਸ ਦੇ ਵਿੱਚ ਨੇ ਤਾਂ ਕਿਹੜੀ ਲੈਣੀ ਆ? ਮੋਸਟ ਨੈਗੇਟਿਵ। ਇਹਦਾ ਮਤਲਬ ਮਾਈਨਸ ਵਾਲੀਆਂ ਐਂਟਰੀਜ਼ ਦੇ ਵਿੱਚੋਂ ਕਿਹੜੀ ਜ਼ਿਆਦਾ ਮਾਈਨਸ ਵਾਲੀ ਆ? ਇੱਕ ਮਾਈਨਸ ਦਾ 45 ਆ, ਇੱਕ ਮਾਈਨਸ ਦਾ 80 ਆ, ਕਿਹੜੀ ਜ਼ਿਆਦਾ ਮਾਈਨਸ ਵਾਲੀ ਆ? ਮਾਈਨਸ 80। ਜੇ ਆਪਾਂ ਵੈਸੇ ਹੀ ਕਹੀਏ ਵੀ ਵੱਡੀ ਕਿਹੜੀ ਆ? ਵੱਡੀ ਤਾਂ ਮਾਈਨਸ 45 ਆ, ਜਿੰਨੀ ਵੈਲਿਊ 0 ਵੱਲੋਂ ਆਊ ਉਨੀ ਵੱਡੀ। ਪਰ ਮੋਸਟ ਨੈਗੇਟਿਵ ਕਹਿਣ ਦਾ ਮਤਲਬ ਕੀ ਆ? ਜਿਹਦੇ ਅੱਗੇ ਮਾਈਨਸ ਦੀ ਜ਼ਿਆਦਾ ਅਮਾਊਂਟ ਆ, ਤਾਂ ਮਾਈਨਸ ਦਾ 80 ਆ। ਇਹ ਵੇਰੀਏਬਲ ਹੋਊਗਾ ਆਪਣਾ ਐਂਟਰ, ਠੀਕ ਹੈ? ਇਹ ਵੇਰੀਏਬਲ ਐਂਟਰ ਕਰੂਗਾ ਬਿਕੋਜ਼ ਆਫ ਮੋਸਟ ਨੈਗੇਟਿਵ ਇਨ ZJ ਮਾਈਨਸ CJ, ਠੀਕ ਹੈ? ZJ ਮਾਈਨਸ CJ ਦੇ ਵਿੱਚ ਮੋਸਟ ਨੈਗੇਟਿਵ ਹੋਣ ਕਰਕੇ ਇਹ ਵੇਰੀਏਬਲ ਕਰੂਗਾ ਐਂਟਰ। ਤੇ ਐਗਜ਼ਿਟ ਕਿਹੜਾ ਕਰੂਗਾ ਉਹਦੇ ਬਾਰੇ ਆਪਾਂ ਵਰਕਿੰਗ ਰੂਲ 'ਚ ਜਾਂਦੇ ਆ ਕਿ ਐਗਜ਼ਿਟ ਕਿਹੜਾ ਕਰਨਾ। ਉਸ ਤੋਂ ਬਾਅਦ ਇਹਨੇ ਕੀ ਕਹਿਤਾ ਇੱਥੇ? ਨੈਕਸਟ ਦੇਖੋ ਕੀ ਕਿਹਾ ਗਿਆ, ਮੋਸਟ ਨੈਗੇਟਿਵ ਲੈ ਲੈਣਾ। if all VIL there is an unbounded solution and at least one VIL positive then the corresponding vector are entering in the variable। enter ਕਰਨ ਦਾ ਆਪਾਂ ਨੇ ਦੇਖ ਲਿਆ, most negative enter ਕਰਦਾ। now calculate the ratios XBJ over YIJ। ਮਤਲਬ ਰਾਈਟ ਹੈਂਡ ਸਾਈਡ ਨੂੰ ਜਿਹੜਾ ਵੇਰੀਏਬਲ ਐਂਟਰ ਕੀਤਾ, ਧਿਆਨ ਨਾਲ ਸੁਣੋ ਮੈਂ ਕੀ ਕਹਿ ਰਿਹਾ, ਰਾਈਟ ਹੈਂਡ ਸਾਈਡ ਨੂੰ ਜਿਹੜਾ ਵੇਰੀਏਬਲ ਐਂਟਰ ਕਰ ਰਿਹਾ ਉਹਦੇ ਨੀਚੇ ਪਈਆਂ ਹੋਈਆਂ ਅਮਾਊਂਟਸ ਨਾਲ ਡਿਵਾਈਡ ਕਰਨਾ। ਸਮ ਚ ਆ ਜਾਓ। ਤੁਹਾਨੂੰ ਇਹਦਾ ਤਾਂ ਪਤਾ ਲੱਗ ਗਿਆ ਵੀ ਇਹ ਵੇਰੀਏਬਲ ਐਂਟਰ ਕਰ ਰਿਹਾ। ਐਗਜ਼ਿਟ ਕਿਹੜਾ ਕਰਦਾ? ਇਹਦੇ ਲਈ ਆਪਾਂ ਨੇ ਕੀ ਕਰਨਾ, ਰਾਈਟ ਹੈਂਡ ਸਾਈਡ ਨੂੰ BI's ਨੂੰ ਕਿਹਦੇ ਨਾਲ ਡਿਵਾਈਡ ਕਰਨਾ? ਕੋਰਸਪੋਂਡਿੰਗ ਐਂਟਰ ਕੀਤਾ ਹੋਇਆ ਵੇਰੀਏਬਲ ਦੇ ਕੋਫੀਸ਼ੀਐਂਟਸ ਨਾਲ। ਇੱਥੇ ਕਿੰਨਾ ਪਿਆ? 80/4 ਕਰਾਂਗੇ, ਕਿੰਨੀ ਬਚ ਗਈ ਅਮਾਊਂਟ? 20 ਬਚ ਗਈ। ਇੱਥੇ ਕੀ ਕਰਾਂਗੇ? 90/3 ਕਰਾਂਗੇ, 90/3 ਕਰਾਂਗੇ, ਅਮਾਊਂਟ ਕਿੰਨੀ ਬਚ ਗਈ? 30 ਬਚ ਗਈ। ਤਾਂ ਜਿਹੜੀ ਅਮਾਊਂਟ ਛੋਟੀ ਹੈ ਇਹਨਾਂ ਚੋਂ, ਜਿਹੜੀ ਅਮਾਊਂਟ ਛੋਟੀ ਹੈ ਉਹ ਐਗਜ਼ਿਟ ਕਰੂਗਾ। ਇਹਨਾਂ ਚੋਂ ਛੋਟਾ ਕਿਹੜਾ ਆ ਰਿਹਾ? 20। ਤਾਂ 20 ਦੇ ਕੋਰਸਪੋਂਡਿੰਗ ਵੇਰੀਏਬਲ ਕੀ ਹੋ ਜਾਊਗਾ? ਐਗਜ਼ਿਟ ਕਰ ਜਾਊਗਾ। ਸਮਝ ਲੱਗ ਰਿਹਾ? ਆ ਜਿਹੜਾ ਐਂਟਰ ਕਰਿਆ ਹੋਇਆ ਵੇਰੀਏਬਲ ਆ ਇਹਦੀ ਥਾਂ ਲੈ ਲੂਗਾ। मैं नैक्सट टेबल च जाना, आ चीज़ा मैं रब कर देना। हुण दोबारा तो समझ लो, आ आपाने ऑब्जेक्टिव फंक्शन की अमाउंट्स भरियां सीगियां। आपाने P1 P2 P3 P4 ले ले सी, जां तुसीं इहदी जगह ते X1 X2 X3 X4 लै सकदे सी। आ राइट हैंड साइड सीगी, BI's सीगे। ਇੱਥੇ ਆਪਾਂ ਨੇ ਕੀ ਕੀਤਾ? BI's ਨੂੰ ਡਿਵਾਈਡ ਕਰਤਾ YIL ਦੇ ਨਾਲ। ਮਤਲਬ ਆ ਐਂਟਰ ਕੀਤਾ ਸੀ, ਇਹਨਾਂ ਨਾਲ ਡਿਵਾਈਡ ਕਰਤਾ BI's ਨੂੰ। ਜਿਹੜੀ ਅਮਾਊਂਟ ਛੋਟੀ ਆਈ ਆ ਉਹ ਪਿਕ ਕਰ ਲਈ, ਛੋਟੀ ਦੇ ਕੋਰਸਪੋਂਡਿੰਗ ਐਗਜ਼ਿਟ ਕਰ ਗਿਆ। ਹੁਣ ਫਰਕ ਕੀ ਪਊਗਾ? ਧਿਆਨ ਨਾਲ ਦੇਖੋ। ਪਹਿਲਾਂ ਤਾਂ ਆ ਜਿਹੜਾ 20 30 ਆ ਇਹਦੀ ਜਗ੍ਹਾ ਤੇ ਆ ਜਾਊਗਾ, ਸੋਲੂਸ਼ਨ ਦੀ ਜਗ੍ਹਾ ਤੇ, ਕਿਉਂਕਿ ਇਹ ਆਪਣਾ ਸੋਲੂਸ਼ਨ ਬਣਦਾ ਜਾ ਰਿਹਾ। ਹੁਣ ਰਾਈਟ ਹੈਂਡ ਸਾਈਡ ਕੀ ਆ ਜੂਗੀ? 20 30। ਪਹਿਲਾਂ ਤਾਂ ਇੱਕ ਚੇਂਜਸ ਆ ਗਏ, ਅਗਲੇ ਟੇਬਲ ਦੇ ਵਿੱਚ ਆ ਰਾਈਟ ਹੈਂਡ ਸਾਈਡ ਇੱਥੇ ਆ ਜੂਗੀ 20 30 ਚ, ਠੀਕ ਹੈ? ਆਬਜੈਕਟਿਵ ਫੰਕਸ਼ਨ ਚੋਂ ਕਿਹੜਾ ਹੋ ਗਿਆ ਆਪਣੇ ਕੋਲੇ? -45 -80 0 0। ਇਹਦੇ ਕੋਫੀਸ਼ੀਐਂਟਸ ਕੀ ਆਪਾਂ ਨੇ ਕੀ ਕਰਨਾ? ਹਾਂ, ਇੱਕ ਗੱਲ ਹੋਰ,
ਆਪਾਂ ਨੇ ਆਪਰੇਸ਼ਨ ਲਗਾਉਣਾ। ਆ ਦੇਖੋ, ਆ ਐਂਟਰ ਕਰਿਆ ਸੀ ਨਾ, ਆ ਐਗਜ਼ਿਟ ਕਰਿਆ ਸੀ, ਤਾਂ ਇਹਨੂੰ ਸਰਾਊਂਡ ਕਰ ਲੈਣਾ। ਨੈਕਸਟ ਸਟੈਪ ਦੇ ਵਿੱਚ ਮੇਕ ਕਰੋ ਸਰਾਊਂਡਿੰਗ ਐਂਟਰੀ ਇਜ਼ 1। ਹੁਣ ਅਜਿਹਾ ਸੂਟੇਬਲ ਟੇਬਲ ਲਗਾਉਣਾ, ਸੂਟੇਬਲ ਆਪਰੇਸ਼ਨ ਲਗਾਉਣਾ ਕਿ ਸਰਾਊਂਡਿੰਗ ਐਂਟਰੀ ਹੈ ਜਿਹੜੀ ਉਹ ਕੀ ਹੋਵੇ, 1 ਬਣ ਜਾਵੇ। ਸਰਾਊਂਡਿੰਗ ਐਂਟਰੀ ਕਿਹੜੀ ਸੀਗੀ? ਜਿਹੜੀ ਇੰਟਰਸੈਕਸ਼ਨ ਤੇ ਆਈ ਸੀਗੀ, ਐਂਟਰ ਕਰਨ ਵਾਲਾ ਅਤੇ ਐਗਜ਼ਿਟ ਕਰਨ ਵਾਲਾ, ਮਤਲਬ ਜਿਹਦੇ ਨਾਲ ਡਿਵਾਈਡ ਕਰੇ ਤੇ ਆਪਣੇ ਕੋਲੇ ਛੋਟੀ ਅਮਾਊਂਟ ਆਈ ਸੀ, ਉਹ ਆਪਣੀ ਸਰਾਊਂਡਿੰਗ ਐਂਟਰੀ ਆ। ਹੁਣ ਇੱਥੇ 1 ਕਦੋਂ ਆਊਗਾ? ਜਦੋਂ ਆਪਾਂ ਇਹ ਸਾਰੀ ਰੋ ਨੂੰ ਕਿੰਨੇ ਨਾਲ ਡਿਵਾਈਡ ਕਰ ਦਾਂਗੇ? 4 ਨਾਲ। ਸਾਰੀ ਰੋ ਨੂੰ ਕਿੰਨੇ ਨਾਲ ਡਿਵਾਈਡ ਕਰ ਦਾਂਗੇ? 4 ਨਾਲ। ਤਾਂ ਅਗਲੇ ਟੇਬਲ ਦੇ ਵਿੱਚ ਕੀ ਫਰਕ ਹੋਊਗਾ? ਇੱਥੇ 80 ਦੀ ਜਗ੍ਹਾ ਤੇ 20 ਆ ਗਿਆ, ਇਸ 1 ਦੀ ਜਗ੍ਹਾ ਤੇ ਕਿੰਨਾ ਆ ਗਿਆ? 1/4। ਇਸ 4 ਦੀ ਜਗ੍ਹਾ ਤੇ ਕਿੰਨਾ ਆ ਗਿਆ? 1। ਇਸ 1 ਦੀ ਜਗ੍ਹਾ ਤੇ ਕਿੰਨਾ ਆ ਗਿਆ? 1/4। ਇਸ 0 ਦੀ ਜਗ੍ਹਾ ਤੇ ਕਿੰਨਾ? 0 ਹੀ ਆ। ਆਹ ਹਲੇ ਆਪਾਂ ਬਾਅਦ ਚ ਕੈਲਕੂਲੇਟ ਕਰਾਂਗੇ, ਆ ਨਹੀਂ, ਇਹ ਤਾਂ ਬਾਅਦ ਚ ਕੈਲਕੂਲੇਟ ਹੋਊਗਾ, ਠੀਕ ਹੈ। ਉਸ ਤੋਂ ਬਾਅਦ ਇੱਥੇ 0 ਕਿਵੇਂ ਬਣੂਗਾ? ਮੈਨੂੰ 2 ਆਪਰੇਸ਼ਨ ਲਗਾਉਣੇ ਪੈਣਗੇ, ਐਂਡ ਹਾਂਜੀ, ਐਂਡ ਮੇਕ ਬਿਲੋ ਐਂਟਰੀਜ਼ 0। ਬਿਲੋ ਐਂਟਰੀਜ਼ ਨੂੰ 0 ਕਰਨਾ। ਇੱਥੇ 2 ਆਪਰੇਸ਼ਨ ਲੱਗਣਗੇ, ਇੱਕ ਤਾਂ R1 ਇਕੁਅਲਸ ਟੂ R1 ਇੰਟੂ 1/4 ਹੋ ਜਾਊਗਾ, ਇੱਕ R2 ਕੀ ਹੋ ਜਾਊਗਾ? R2 ਮਾਈਨਸ 3 ਟਾਈਮਸ R1। ਆਪਰੇਸ਼ਨ ਲਾਵਾਂਗੇ। ਇੱਕ ਤਾਂ ਆ ਪਹਿਲੀ ਰੋ ਆ ਮੇਰੀ, ਮੰਨ ਲਓ ਮੈਂ ਇਹਨੂੰ ਕੀ ਕਹਿ ਰਿਹਾ? R1 ਕਹਿ ਰਿਹਾ, ਇਹਨੂੰ ਕੀ ਕਹਿ ਰਿਹਾ? R2 ਕਹਿ ਰਿਹਾ, ਦੂਜੀ ਰੋ ਕਹਿ ਰਿਹਾ, ਠੀਕ ਹੈ। ਸੋ ਪਹਿਲੀ ਰੋ ਨੂੰ 4 ਤੇ ਡਿਵਾਈਡ ਕਰਨਾ ਪਊਗਾ, 4 ਤੇ ਡਿਵਾਈਡ ਕਰਤਾ। ਇੱਥੇ 3 ਪਿਆ ਨਾ, ਇੱਥੇ ਇੱਥੇ 0 ਕਦੋਂ ਆਊਗਾ? ਜਦੋਂ ਉੱਪਰਲੀ ਰੋ ਨੂੰ 3 ਨਾਲ ਮਲਟੀਪਲਾਈ ਕਰਕੇ ਇਹਦੇ ਵਿੱਚੋਂ ਮਾਈਨਸ ਕਰ ਦਾਂਗੇ। ਤਾਂ ਦੇਖੋ ਧਿਆਨ ਨਾਲ, ਇੱਥੇ ਕਿੰਨਾ ਪਿਆ ਆਪਣੇ ਕੋਲ? 20 ਆਇਆ। 20 ਨੂੰ ਕਿੰਨਾ ਮਲਟੀਪਲਾਈ ਕਰਨਾ? 3 ਨਾਲ। 3 ਨਾਲ ਮਲਟੀਪਲਾਈ ਕਰਕੇ ਕਿੰਨਾ ਆ ਗਿਆ? 60। 60 ਨੂੰ ਇਹਦੇ ਵਿੱਚੋਂ ਘਟਾ ਦਿਓ 90 ਚੋਂ, ਕਿੰਨਾ ਆ ਗਿਆ? 30। ਇੱਥੇ ਕੀ ਪਿਆ? 1/4। 1/4 ਨੂੰ ਕਿੰਨਾ ਮਲਟੀਪਲਾਈ ਕਰਨਾ? 3 ਨਾਲ, ਤਾਂ ਕਿੰਨਾ ਆ ਗਿਆ? 3/4। 3/4 ਨੂੰ 2 ਚੋਂ ਘਟਾ ਦਿਓ, 2 ਚੋਂ ਮਾਈਨਸ ਕਰ ਦਿਓ, 3 ਨਾਲ ਮਲਟੀਪਲਾਈ ਕਰਕੇ ਸਾਹਮਣੇ ਪਈ ਅਮਾਊਂਟ 1/4 ਨੂੰ, ਤਾਂ 2 ਮਾਈਨਸ 3/4, ਐਲਸੀਐਮ 4 ਆ ਗਿਆ, 4 2 ਜਾਂ 8 ਮਾਈਨਸ 3 ਇਕੁਅਲਸ ਟੂ 5/4 ਆ ਗਿਆ। ਸਮਝ ਲੱਗ ਗਿਆ? ਇੱਥੇ ਕੀ ਆਊਗਾ? 1 ਨੂੰ 3 ਨਾਲ ਮਲਟੀਪਲਾਈ ਕਰਾਂਗੇ, 3 ਆ ਜਾਊਗਾ, 3 ਨੂੰ 3 ਚੋਂ ਮਾਈਨਸ ਕਰਾਂਗੇ, 0 ਆ ਗਿਆ। ਉਸ ਤੋਂ ਬਾਅਦ ਇਹਦੀ ਜਗ੍ਹਾ ਤੇ ਕਿੰਨਾ ਪਿਆ? 1/4। ਇਹਨੂੰ 3 ਨਾਲ ਮਲਟੀਪਲਾਈ ਕਰਾਂਗੇ, 3/4। ਇਹਨੂੰ 0 ਚੋਂ ਮਾਈਨਸ ਕਰਾਂਗੇ, ਮਾਈਨਸ ਦੇ 3/4। ਇੱਥੇ ਕਿੰਨਾ ਪਿਆ? 0। 0 ਨੂੰ 3 ਨਾਲ ਮਲਟੀਪਲਾਈ ਕਰਾਂਗੇ, 0 ਹੀ ਆ ਜਾਊਗਾ। 0 ਨੂੰ 1 ਚੋਂ ਮਾਈਨਸ ਕੀਤਾ ਤਾਂ 1 ਹੀ ਰਹਿ ਗਿਆ। ਆਪਣਾ ਇੱਕ ਟੇਬਲ ਕੰਪਲੀਟ ਹੋ ਗਿਆ। ਸਮਝ ਲੱਗ ਗਿਆ? ਇੱਕ ਟੇਬਲ ਆਪਣਾ ਕੰਪਲੀਟ ਹੋ ਗਿਆ। ਹੁਣ ਆਪਾਂ ਨੈਕਸਟ ਚੱਲੀਏ, ਨੈਕਸਟ ਟੇਬਲ ਵੱਲ ਚੱਲਦੇ ਹਾਂ। ਨੈਕਸਟ ਟੇਬਲ ਦੇ ਵਿੱਚੋਂ ਦੇਖੋ ਮੋਸਟ ਨੈਗੇਟਿਵ ਕਿਹੜੀ ਆ ਐਂਟਰੀ? ਆ ਆਪਾਂ ਨੀਚੇ ਨਾ ZJ ਮਾਈਨਸ CJ ਕਰ ਰਹੇ ਆ। ਆ ਕੀ ਆ? Z1 ਮਾਈਨਸ C1, Z2 ਮਾਈਨਸ C2। Z1 ਮਾਈਨਸ C1 ਕਿੰਨਾ ਸੀ? Z1 ਕਿੰਨਾ ਸੀ ਆਪਣੇ ਕੋਲੇ? 45। ਆ ਵਾਲਾ ਮਾਈਨਸ 45। ਇਹ ਚੋਂ ਆਪਾਂ 0 ਚੋਂ ਇਧਰੋਂ ਕਿੰਨਾ ਮਾਈਨਸ ਕੀਤਾ? ਇਹ ਕਿੰਨਾ ਬਚ ਗਿਆ ਆਪਣੇ ਕੋਲੇ? 45। ਇਹ ਜਦੋਂ ਮਾਈਨਸ ਕੀਤਾ ਇਹ ਬਚ ਗਿਆ 80। ਹੁਣ ਦੂਸਰੇ ਟੇਬਲ ਦੇ ਵਿੱਚ ਆਪਣੇ ਕੋਲੇ ਆਬਜੈਕਟਿਵ ਫੰਕਸ਼ਨ ਕਿੰਨਾ ਸੀ? ਮੈਨੂੰ ਆਬਜੈਕਟਿਵ ਫੰਕਸ਼ਨ ਨੋਟ ਕਰ ਲੈਣ ਦਿਓ ਮਾੜਾ ਜਿਹਾ। ਆਬਜੈਕਟਿਵ ਫੰਕਸ਼ਨ ਸੀਗਾ 45x1 plus 80x2। ਹਾਂਜੀ, ਹੁਣ ਜਦੋਂ ਆਪਾਂ ਆਹ ਵਾਲੀ ਅਮਾਊਂਟ ਇੱਥੇ ਭਰਾਂਗੇ, x1 ਕਿੰਨਾ ਆਇਆ ਆਪਣੇ ਕੋਲ? 20 ਆ। x2 ਕਿੰਨਾ ਆਇਆ ਆਪਣੇ ਕੋਲੇ? 30 ਹੈ। ਇਹ ਕਿੰਨਾ ਹੋ ਗਿਆ? 900।
2400 ये कितनी आ गई अमाउंट 1600 बचता माइनस 1600 एक मिनट बाद देखते आप इनू हाँ जी ये देखो पहला तो दोबारा देखो ये कि एंट्री ऐड करूँ एंटर होगी ये एक एंट्री तो पहला एंटर हो ही गई ये तो दोबारा एग्जिट कर नहीं सकती एंटर तो रह गई दूजी अमाउंट ये एंटर करूगी ये की सी X1 X2 X3 X4 ठीक है हुण तुहाडे कोले ये तो एंट्री होगी एंटर हुण एग्जिट करन दे लई अपने कोल सॉल्यूशन दे विच की पिया सी 20 पिया सी 20 नूं किहदे नाल डिवाइड कर देंगे 1/4 दे नाल 1/4 ਇਹਦਾ मतलब 20 × 4 करके कितना बच गया 80 आ गया उस तो बाद नैक्सट एंट्री हैगी 30 30 ਨੂੰ ਕਿਹਦੇ ਨਾਲ डिवाइड करांगे 5/4 ਨਾਲ ਇੱਥੇ ਕਿਹਨੂੰ डिवाइड करांगे 30 ਨੂੰ डिवाइड करांगे 5/4 ਨਾਲ ਇਹਦਾ मतलब 30/4 × 5 सॉरी 30/5 × 4 5 6 ਜਾਂ 30 24 आ गया ਤਾਂ ਕਿੰਨੀ ਅਮਾਉਂਟ ਆ ਗਈ ਇੱਥੇ 24 ਤਾਂ ਦੋਨਾਂ ਚੋਂ ਛੋਟੀ ਕਿਹੜੀ ਹੈ 24 ही छोटी है तो 24 के कोरसपोंडिंग एग्जिट कर जाऊगा हुण जे ये एंटर कर रहा ये एग्जिट कर रहा तो आ एंट्री अपनी सराउंड होगी हुण नैक्सट स्टैप दे विच आपां ने की करना इहदी जगह ते 1 बनाउणा ਹੁਣ मैं दोबारा तो ऑपरेशन लिख रहा ध्यान नाल देखियो आ हैगी अपनी R1 आ हैगी अपनी R2 तो दो ऑपरेशन लाने आ देयरफॉर यूज करांगे एलीमेंटरी रो ट्रांसफॉर्मेशन एक तो R2 नूं किहदे नाल मल्टीप्लाई करांगे 4/5 ਦੇ ਨਾਲ ਤਾਂ ਕਿ ਇੱਥੇ 1 ਆ ਜਾਵੇ ਉਹਦੇ ਰੈਸਿਪਰੋਕਲ ਨਾਲ ਮਲਟੀਪਲਾਈ ਕਰ ਦਾਂਗੇ ਦੈਨ R1 ਤੇ ਕੀ ਆਪਰੇਸ਼ਨ ਲਵਾਂਗੇ R1 -1/4 ਟਾਈਮਸ R2 ਕਿਉਂਕਿ ਇੱਥੇ ਤਾਂ 1 ਬਣ ਜਾਊਗਾ ਜਦੋਂ ਆਪਾਂ ਇਹਨੂੰ ਮਲਟੀਪਲਾਈ ਕੀਤਾ 4/5 ਨਾਲ ਤਾਂ ਇੱਥੇ ਤਾਂ 1 ਬਣ ਗਿਆ ਇੱਥੇ 0 ਬਣਾਉਣਾ ਜ਼ਰੂਰੀ ਆ ਤਾਂ ਇਹਨੂੰ 1/4 ਨਾਲ ਮਲਟੀਪਲਾਈ ਕਰਕੇ ਜੋ ਮਾਈਨਸ ਕਰ ਦੋ ਤਾਂ ਆਪਾਂ ਦੋ ਆਪਰੇਸ਼ਨ ਲਗਾਵਾਂਗੇ ਇਦਾਂ ਦੇ ਪਹਿਲਾਂ ਸੋਚ ਲੈਣੇ ਆ ਵੀ ਕਿਹੜੇ ਆਪਰੇਸ਼ਨ ਲੱਗਣਗੇ ਹੁਣ ਇਹਦੀ ਜਗ੍ਹਾ ਤੇ 1 ਬਣੂਗਾ ਜਦੋਂ ਇਹਨੂੰ ਕਿਹਦੇ ਨਾਲ ਮਲਟੀਪਲਾਈ ਹੋਊਗੀ 4/5 ਦੇ ਨਾਲ ਇਹਨੂੰ ਵੀ 4/5 ਦੇ ਨਾਲ ਇਹਨੂੰ ਵੀ 4/5 ਦੇ ਨਾਲ ਇਹਨੂੰ ਵੀ 4/5 ਦੇ ਨਾਲ ਸਾਰਿਆਂ ਨੂੰ 4/5 ਦੇ ਨਾਲ ਮਲਟੀਪਲਾਈ ਹੋ ਜਾਊਗਾ ਇੱਥੇ 5 ਇਹਨੂੰ 4/5 ਨਾਲ ਮਲਟੀਪਲਾਈ ਕਰਾਂਗੇ 5 6 ਜਾਂ 30 24 ਆ ਜਾਊਗਾ ਠੀਕ ਹੈ ਨੈਕਸਟ ਇਹਨੂੰ ਜਦੋਂ 5/4 ਦੇ ਨਾਲ ਮਲਟੀਪਲਾਈ ਕੀਤਾ ਤਾਂ 1 ਆ ਜਾਊਗਾ ਦੇਖੋ ਨੈਕਸਟ ਟੇਬਲ ਇੱਥੇ 1 ਆ ਗਿਆ ਆ 0 ਹੀ ਸੀ ਇਹਨੂੰ 0 ਨੂੰ 5/4 ਨਾਲ ਮਲਟੀਪਲਾਈ ਕਰਾਂਗੇ 0 ਹੀ ਰਹਿ ਗਿਆ ਇੱਥੇ 5/4 ਨਾਲ ਮਲਟੀਪਲਾਈ ਕਰਾਂਗੇ 4 ਨਾਲ 4 ਕੈਂਸਲ ਹੋ ਗਏ ਮਾਈਨਸ ਦੇ 3/5 ਬਚਣਗੇ ਤਾਂ ਨੈਕਸਟ ਕਿੰਨਾ ਬਚ ਗਿਆ ਮਾਈਨਸ ਦੇ 3/5 ਆਪਾਂ ਆ ਟੇਬਲ 'ਚ ਆ ਗਏ ਹੁਣ ਇਸ ਟੇਬਲ ਦੇ ਵਿੱਚ ਜਾ ਕੇ ਦੇਖੋ ਤੁਹਾਡੇ ਕੋਲੇ ਕੀ ਹੈਪਨਿੰਗ ਹੋ ਰਹੀ ਹੈ ਇਸ ਟੇਬਲ ਦੇ ਵਿੱਚ ਆ ਐਂਟਰੀ ਵੀ ਇੱਕ ਵਾਰੀ ਐਂਟਰ ਕਰ ਗਈ ਸੀ ਆ ਅਮਾਉਂਟ ਵੀ ਇੱਕ ਵਾਰੀ ਐਂਟਰ ਕਰ ਗਈ ਸੀ ਇਹ ਹੁਣ ਕੋਈ ਵੀ ਐਂਟਰੀ ਦੁਬਾਰੇ ਐਂਟਰ ਨਹੀਂ ਕਰ ਰਹੀ ਹਮੇਸ਼ਾ ਬੇਸਿਕ ਵੇਰੀਏਬਲਸ ਦੇਖਣੇ ਆ ਬੇਸਿਕ ਵੇਰੀਏਬਲਸ ਐਂਟਰ ਹੋ ਗਏ ਐਗਜ਼ਿਟ ਹੋ ਗਏ ਤਾਂ ਆਪਣੀ ਪ੍ਰੋਬਲਮ ਸੋਲਵ ਹੋਊਗੀ ਹੁਣ ਕਹਿੰਦਾ ਆਲ ਦਾ ਐਂਟਰੀਜ਼ ਆਫ CJ - 0 ਲੈਸ ਦੈਨ ਇਕੁਅਲ ਟੂ 0 ਨੇ ਆ ਸਾਰੀਆਂ कोई भी पॉजिटिव नहीं बनती कोई भी एंटर नहीं करता दो वैल्यू सीगियां दो एंटर कर गई हुण उस तो बाद अपना सोल्यूशन की आ जाऊगा आ वाला आ x1 की वैल्यू आ गई आ x2 की वैल्यू आ गई सो x1 की वैल्यू कितनी है सॉरी गलत दस गया मैं एक ही एंट्रियां सी x1 x2 x3 x4 अपना पहला आ एंटर करिया सीगा x2 एंटर करिया सी ना ये किहदी जगह ते आया सीगा इत्थे आया सी x2 ठीक है फिर बाद दे विच अपना x1 एंटर करिया सी ये किहदी जगह ते आ गया सी इत्थे आ गया सी x1 तो इसदा मतलब x1 की वैल्यू कितनी आ 24 आ
x2 ਦੀ ਵੈਲਿਊ ਕਿੰਨੀ ਆ 14 ਆ। ਆਬਜੈਕਟਿਵ ਫੰਕਸ਼ਨ 'ਚ ਭਰ ਦੋ। ਆਬਜੈਕਟਿਵ ਫੰਕਸ਼ਨ ਸੀਗਾ ਆਪਣਾ ਮਿਨੀਮਮ ਮਾਈਨਸ ਦਾ ਮਿਨੀਮਮ ਆਫ ਆ ਸੀਗਾ 45x1 80x2 45x1 प्लस 80x2 ਤਾਂ 45x1 ਦੀ ਵੈਲਿਊ ਹੋ ਗਈ 24 प्लस 80x2 ਦੀ ਵੈਲਿਊ ਹੋ ਗਈ 14। ਭਰਿਓ ਤਾਂ ਮਾੜਾ ਜਿਹਾ ਕਰਿਓ ਮਲਟੀਪਲਾਈ ਮਾੜੀ ਜੀ। एक 1080 प्लस 14 इंटू 8 1120। लो जी ऐड कर दो 0 8 से 2 10 से 1 2200 आ गया। तो 2200 ही अपना आंसर। ये मैं एक सम कराया तुहानू बुक वाले पैटर्न दे नाल, बुक वाले तरीके दे नाल। मैनू ये तरीका बहुता वधिया नहीं लगता, तुहानू सही गल दसां, क्योंकि ये एंट्रियां बहुत ज़्यादा ने, बहुत ज़्यादा गल्लां दा ध्यान रखना पऊगा। कल नूं मैं एक सम करवाऊंगा तुहानू अपने तरीके दे नाल, अपने वर्किंग रूल के अकॉर्डिंग। एक यही सम करांगे आपां, यही सम कल करांगे आपां। अज तो टाइम है नहीं गा, जे अज करना तो 12 बजे आ जाओ, अज ही कर लांगे। 12 बजे आ जाओ। उधरली क्लास थोड़ी किन्ने बजे लगती है? हाँ जी 11:15 लगती है। तुसीं 12 बजे मेरे को आ जाओ इत्थे, आपां इत्थे ही लैक्चर लावांगे। एक मिनट मैं फोन करना, बहुत जरूरी फोन करना सीगा।